दसम कथा भगवत की पाखा करी बनाए। अवर वासना नाहि प्रभ धर्म युद्ध के चाए। वाहिगुरु जी का खालसा वाहिगुरु जी की फतेह। दास ਗਿਆਨੀ ਹਰਦੀਪ ਸਿੰਘ ਹਜੂਰ ਸਾਹਿਬ ਤੋਂ ਅੱਜ 19 ਅੱਸੂ 4 ਅਕਤੂਬਰ 2020 ਦਸਮ ਗ੍ਰੰਥ ਬਾਰੇ ਕੁਝ ਸੱਜਣਾ ਨੇ ਵਿਚਾਰ ਪੁੱਛੇ ਹਨ। ਪਹਿਲਾਂ ਤਾਂ ਦਸਮ ਗ੍ਰੰਥ ਦੀ ਉਥਾਨਕਾ, ਦੂਸਰਾ ਦਸਮ ਬਾਣੀ ਦੀ ਮਹਿਮਾ, ਤੀਸਰਾ ਵੱਖ-ਵੱਖ ਬਾਣੀਆਂ ਦੀ ਰਚਨਾ, ਚੌਥਾ ਇੱਕ ਹੀ ਗ੍ਰੰਥ ਦਾ ਬਣਾਉਣਾ, ਪੰਜਵਾਂ ਖੰਡਨ ਮੰਡਨ ਅਤੇ ਇਹਦੇ ਵਿੱਚ ਹੈ ਕੀ, ਜਾਂ ਫਿਰ ਦਸਮ ਗ੍ਰੰਥ ਦੇ ਸੋਮੇ ਕਿਹੜੀ ਬਾਣੀ ਕਿੱਥੋਂ ਆਈ ਹੈ। ਇਸ ਤਰ੍ਹਾਂ ਦੀਆਂ ਵਿਚਾਰਾਂ ਜਿੰਨੀਆਂ ਹੋ ਸਕੀਆਂ ਕਰਾਂਗੇ। ਸਭ ਤੋਂ ਪਹਿਲਾਂ ਦਸਮ ਮਹਾਰਾਜ ਜੀ ਦੇ ਪਾਸ ਸ੍ਰੀ ਅਨੰਦਪੁਰ ਸਾਹਿਬ ਵਿੱਚ 1999 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਜਦੋਂ ਸਿਰਜਣਾ ਹੋਈ ਹੈ, ਅੰਮ੍ਰਿਤਸਰ ਸਾਹਿਬ ਜੀ ਦੀ ਸੰਗਤ ਵੀ ਪੁੱਜੀ। ਕੁਝ ਸਮੇਂ ਦੇ ਬਾਅਦ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਜਿਹੜੇ ਮੁੱਖ ਪੁਜਾਰੀ ਸਨ ਉਹ ਪ੍ਰਲੋਕ ਪਿਆਨਾ ਕਰ ਗਏ ਨੇ। ਉਹਨਾਂ ਤੋਂ ਬਾਅਦ ਸੋਢੀ ਨਿਰੰਜਨ ਰਾਏ, ਹਰਗੋਪਾਲ, ਕਮਲ ਨੈਨ ਤਿੰਨਾਂ ਨੇ ਸੰਗਤ ਨੂੰ ਤਿੰਨਾਂ ਹਿੱਸਿਆਂ 'ਚ ਵੰਡ ਦਿੱਤਾ। ਆਪ ਅੰਮ੍ਰਿਤਸਰ ਛੱਡ ਕੇ ਆਪਣੇ ਘਰਾਂ ਵਿੱਚ ਚਲੇ ਗਏ ਨੇ ਮਾਲਵੇ ਅੰਦਰ। ਹੁਣ ਹਰਿਮੰਦਰ ਸਾਹਿਬ ਜੀ ਦੀ ਦੀਵਾ ਵੱਟੀ ਤੇ ਸਾਰੀ ਸੇਵਾ ਅੰਮ੍ਰਿਤਸਰ ਨਿਵਾਸੀ ਸੰਗਤਾਂ ਕਰ ਰਹੀਆਂ ਨੇ। ਆਪ ਜੀ ਉੱਥੇ ਕੋਈ ਜਥੇਦਾਰ, ਕੋਈ ਪ੍ਰਬੰਧਕ ਸੱਜਣ ਭੇਜੋ ਤਾਂ ਜੋ ਦਰਬਾਰ ਦਾ ਪ੍ਰਬੰਧ ਸਹੀ ਚੱਲ ਸਕੇ। ਕਲਗੀਧਰ ਜੀ ਨੇ ਬੇਨਤੀ ਮੰਨ ਕੇ ਸੰਗਤ ਦੀ ਭਾਈ ਮਨੀ ਸਿੰਘ ਜੀ ਨੂੰ ਦਰਬਾਰ ਸਾਹਿਬ ਜੀ ਦੀ ਸੇਵਾ ਸੰਭਾਲ ਵਾਸਤੇ ਭੇਜਿਆ। ਉਹਨਾਂ ਦੇ ਨਾਲ 5 ਸਿੰਘ, ਭਾਈ ਭੂਪਤ ਸਿੰਘ, ਭਾਈ ਗੁਲਜ਼ਾਰ ਸਿੰਘ, ਭਾਈ ਕੋਇਰ ਸਿੰਘ ਚੰਦਰਾ, ਭਾਈ ਦਾਨ ਸਿੰਘ, ਭਾਈ ਕੀਰਤ ਸਿੰਘ, ਇਹ 5 ਸਿੰਘ ਦਿੱਤੇ। ਇੱਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਿੱਤਾ, ਇੱਕ ਸੁਰਮਈ ਪਿਸ਼ਾਕੇ ਵਾਲਾ ਨਿਸ਼ਾਨ ਸਾਹਿਬ ਦੇ ਕੇ ਅਰਦਾਸਾ ਸੋਧ ਕੇ ਕਲਗੀਧਰ ਪਾਤਸ਼ਾਹ ਜੀ ਨੇ ਅਨੰਦਪੁਰ ਤੋਂ ਵਿਦਾ ਕੀਤਾ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਆ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਜੀ ਸਾਰੀ ਸੇਵਾ ਸੰਭਾਲ ਕੀਤੀ। ਉੱਥੇ ਆਪਸੀ ਖਾਲਸੇ ਦੇ ਜਿਹੜੇ ਝਗੜੇ ਰਗੜੇ ਸੀ ਉਹਨਾਂ ਨੂੰ ਖਤਮ ਕੀਤਾ। ਗੁਰਮਤਿ ਦਾ ਪ੍ਰਚਾਰ ਆਰੰਭਿਆ, ਗੁਰਮਤਿ ਦੀ ਟਕਸਾਲ ਕਾਇਮ ਕੀਤੀ। ਦਸਮ ਪਾਤਸ਼ਾਹ ਜੀ ਦੀ ਸਾਰੀ ਬਾਣੀ ਨੂੰ ਇਕੱਤਰ ਕਰਨ ਦਾ ਉਦਮ ਆਰੰਭਿਆ। ਇਸ ਉਦਮ ਦੇ ਵਿੱਚ ਮਾਤਾ ਸੁੰਦਰੀ ਜੀ ਦਾ ਵੀ ਬਹੁਤ ਵੱਡਾ ਸਥਾਨ ਹੈ, ਜਿਨ੍ਹਾਂ ਨੇ ਭਾਈ ਸਾਹਿਬ ਜੀ ਨੂੰ ਪ੍ਰੇਰਨਾ ਲਿਖ ਭੇਜੀ ਕਿ ਆਪ ਜੀ ਦਸਮ ਪਾਤਸ਼ਾਹ ਜੀ ਦੀ ਸਾਰੀ ਬਾਣੀ ਇਕੱਤਰ ਕਰੋ। ਵੱਖ-ਵੱਖ ਪ੍ਰਤੀਆਂ ਜਿੱਥੇ-ਜਿੱਥੇ ਵੀ ਸਨ ਉਹ ਸਾਰੀਆਂ ਮੰਗਵਾ ਕੇ ਭਾਈ ਸਾਹਿਬ ਜੀ ਨੇ ਵਾਚੀਆਂ। ਪਹਿਲਾਂ ਵੀ ਤਾਂ ਇਹੀ ਕੰਮ ਕਰਦੇ ਰਹੇ ਹਨ। ਬਹੁਤ ਸਾਰੀਆਂ ਬਾਣੀਆਂ ਤਾਂ ਉਹਨਾਂ ਦੇ ਕੰਠੀ ਹਨ, ਪਰ ਉਹਨਾਂ ਸਾਰਿਆਂ ਨੂੰ ਇਕੱਤਰ ਕਰਕੇ ਸਿੱਖ ਸੰਗਤ ਦੇ ਸਾਹਮਣੇ ਰੱਖਣਾ ਚਾਹੁੰਦੇ ਨੇ। ਅੱਜ ਕੱਲ੍ਹ ਸਾਡੇ ਪਾਸ ਜੋ ਪੁਰਾਣੇ ਸਰੋਤ ਨੇ ਦਸਮ ਬੀੜ ਦੇ, ਉਹਨਾਂ ਸਾਰਿਆਂ ਵਿੱਚੋਂ ਪ੍ਰਮੁੱਖ ਸਰੂਪ ਜਿਹੜਾ ਹੈ ਭਾਈ ਮਨੀ ਸਿੰਘ ਜੀ ਦਾ। ਇਹ ਉਹ ਬੀੜ ਹੈ ਜਿਹੜੀ ਮਾਤਾ ਸੁੰਦਰੀ ਜੀ ਨੇ ਸਪੈਸ਼ਲ ਕਹਿ ਕੇ ਆਪਣੇ ਵਾਸਤੇ ਭਾਈ ਸਾਹਿਬ ਤੋਂ ਲਿਖਵਾਈ ਤੇ ਸਾਰੀਆਂ ਬਾਣੀਆਂ ਇੱਕੇ ਜਿਲਦ ਦੇ ਵਿੱਚ ਅੰਕਿਤ ਕੀਤੀਆਂ। ਉਹਨੂੰ ਆਨੰਦਪੁਰੀ ਬੀੜ ਕਹਿੰਦੇ ਨੇ। ਕੁਝ ਸਮੇਂ ਦੇ ਬਾਅਦ ਭਾਈ
ਮਨੀ ਸਿੰਘ ਜੀ ਨੇ ਵਿਚਾਰਿਆ ਕਿ 9ਵੇਂ ਪਾਤਸ਼ਾਹ ਦੀ ਬਾਣੀ ਤਾਂ 10ਵੇਂ ਪਾਤਸ਼ਾਹ ਨੇ ਚੜ੍ਹਾਤੀ, ਹੁਣ 10ਵੇਂ ਪਾਤਸ਼ਾਹ ਦੀ ਬਾਣੀ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਕਿਵੇਂ ਚਾੜੀ ਜਾਵੇ। ਉਹਨਾਂ ਨੇ ਆਪਣੇ ਵਿਚਾਰ ਮੁਤਾਬਕ ਪਹਿਲੇ 9 ਗੁਰੂਆਂ ਦੀ ਬਾਣੀ, 5ਵੇਂ ਪਾਤਸ਼ਾਹ ਤੇ ਬਾਅਦ 9ਵੇਂ ਪਾਤਸ਼ਾਹ ਦੀ ਬਾਣੀ, ਫਿਰ ਸਾਰੀ 10ਵੇਂ ਪਾਤਸ਼ਾਹ ਜੀ ਦੀ ਬਾਣੀ, ਉਹਦੇ ਬਾਅਦ ਤਰਤੀਬਵਾਰ ਭਗਤਾਂ ਸੰਤਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਅੰਕਿਤ ਕਰਕੇ ਇੱਕ ਹੀ ਗ੍ਰੰਥ ਬਣਾ ਦਿੱਤਾ ਆਦਿ ਦਸਮ ਦਾ, ਜੋ ਅੱਜ ਕੱਲ੍ਹ ਦਿੱਲੀ ਵਿਖੇ ਸੁਭਾਈਮਾਨ ਹੈ। ਉਹ ਵੀ ਸਰੂਪ ਇਤਿਹਾਸਕ ਹੈ। ਇਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੇ ਉਦਮ ਕਰਕੇ 10ਵੇਂ ਪਾਤਸ਼ਾਹ ਜੀ ਦੀ ਬਾਣੀ ਦੀ ਬੀੜ ਲਿਖੀ। ਇੱਕ ਉਹਨਾਂ ਦਾ ਗੁਟਕਾ ਦਮਦਮੇ ਸਾਹਿਬ ਹੈ, ਜਿਹੜਾ 1770 ਬਿਕਰਮੀ ਦੇ ਵਿੱਚ ਸ਼ਾਇਦ ਲਿਖਿਆ ਗਿਆ। ਇੱਕ ਸਰੂਪ ਬਾਬਾ ਦੀਪ ਸਿੰਘ ਜੀ ਦਾ 10ਵੇਂ ਪਾਤਸ਼ਾਹ ਦੀ ਬਾਣੀ ਦਾ ਪਟਨੇ ਸਾਹਿਬ ਹੈ। ਬਾਕੀ ਵੀ ਉਹਨਾਂ ਦੇ 4-5 ਸਰੂਪ ਲਿਖ ਕੇ ਸਾਰੇ ਤਖਤਾਂ ਤੇ ਭੇਜਣ ਦਾ ਇਤਿਹਾਸ ਮਿਲਦਾ ਹੈ। ਉਹ ਆਦਿ ਦੇ ਸਰੂਪ ਨੇ, ਰਹੋ ਵਿਚਾਰ। ਬਾਬਾ ਸੁਖਾ ਸਿੰਘ ਜੀ ਮਹੰਤ ਹੋਏ ਨੇ ਪਟਨਾ ਸਾਹਿਬ ਜੀ ਦੇ, ਉਹਨਾਂ ਨੇ ਵੀ 10ਵੇਂ ਦਾ ਸਰੂਪ ਲਿਖਿਆ, ਬੜਾ ਸੁੰਦਰ। ਅਤੇ ਜਿਹੜੀਆਂ ਬਾਣੀਆਂ ਭਾਈ ਮਨੀ ਸਿੰਘ ਦੀ ਬੀੜ ਵਿੱਚ ਨਹੀਂ ਹਨ, ਉਹਨਾਂ ਨੇ ਉਹ ਵੀ ਬਾਣੀਆਂ ਬਾਹਰੋਂ ਇਕੱਤਰ ਕਰਕੇ ਸਭ ਤੋਂ ਜ਼ਿਆਦੀਆਂ ਬਾਣੀਆਂ ਵਾਲਾ ਸਰੂਪ ਪਟਨੇ ਸਾਹਿਬ ਵਿੱਚ ਹੈ। ਇੱਕ ਨਹੀਂ, ਉੱਥੇ ਬੇਅੰਤ ਸਰੂਪ ਨੇ। ਇਸੇ ਤਰ੍ਹਾਂ ਤੀਸਰਾ ਭਾਈ ਦਇਆ ਸਿੰਘ ਜੀ ਪਿਆਰੇ, ਉਹਨਾਂ ਦਾ ਸਥਾਨ ਔਰੰਗਾਬਾਦ ਹੈ। ਉੱਥੇ 10ਵੇਂ ਪਾਤਸ਼ਾਹ ਜੀ ਦੀ ਬਾਣੀ ਦਾ ਬੜਾ ਸੁੰਦਰ ਸਰੂਪ ਹੈ। ਭਾਈ ਨਾਥਾ ਸਿੰਘ ਜੀ ਕਪੂਰਗੜ੍ਹ, ਜੀਤ ਸਿੰਘ ਜੀ ਤਿਉਨ ਵਿਚਾਰੀਆਂ, ਮਿਸਲ ਕੇਸਗੜ੍ਹ, ਮਿਸਲ ਪਟਨਾ ਸਾਹਿਬ, ਹਜੂਰ ਸਾਹਿਬ, ਤਖਤ ਅਕਾਲ ਤਖਤ ਸਾਹਿਬ, ਬਾਬੇ ਅਟਲ ਰਾਏ ਵਾਲਾ ਸਰੂਪ ਜਿਹੜਾ ਅੱਜ ਕੱਲ੍ਹ ਭੈਣੀ ਸਾਹਿਬ ਹੈ, ਅਤੇ ਬਹੁਤ ਸਾਰੇ ਸਰੂਪ ਵੱਖ-ਵੱਖ ਅਸਥਾਨਾਂ ਤੇ ਨਿਰਮਲੇ ਮਹਾਂਪੁਰਸ਼, ਉਦਾਸੀ ਮਹਾਂਪੁਰਸ਼ਾਂ ਦੇ ਡੇਰੇ ਬਿਰਾਜਮਾਨ ਹਨ। ਕਿਉਂਕਿ 19ਵੀਂ 18ਵੀਂ ਸਦੀ ਵਿੱਚ ਤਾਂ ਹਰ ਗੁਰਦੁਆਰੇ ਵਿੱਚ ਜਿੱਥੇ ਆਦਿ ਦਾ ਪ੍ਰਕਾਸ਼ ਸੀ, ਉੱਥੇ ਨਾਲ 10ਵੇਂ ਸਰੂਪ ਦਾ ਵੀ ਪ੍ਰਕਾਸ਼ ਬਰਾਬਰ ਕਰਕੇ ਪਾਠ ਪੂਜਾ ਹੁੰਦੀ ਰਹੀ। ਸ੍ਰੀ ਅਕਾਲ ਤਖਤ, ਸਾਰੇ ਤਖਤਾਂ ਤੇ, ਸਾਰੇ ਇਤਿਹਾਸਕ ਗੁਰਦੁਆਰਿਆਂ 'ਚ, ਅਤੇ ਹੋਰ ਵੀ ਬਹੁਤ ਸਾਰੇ ਸਥਾਨਾਂ ਤੇ। ਸਮੇਂ ਦੇ ਲਿਹਾਜ਼ ਨਾਲ ਹੁਣ ਥੋੜੀਆਂ ਥਾਵਾਂ ਤੇ 10ਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਹਨ, ਜਾਂ ਤਾਂ ਨਿਹੰਗਾਂ ਸਿੰਘਾਂ ਦੇ ਡੇਰਿਆਂ ਵਿੱਚ ਹਨ, ਜਾਂ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਵਿੱਚ ਬਰਾਬਰ ਪਹਿਲਾਂ ਦੀ ਤਰ੍ਹਾਂ ਪੂਜਾ ਪਾਠ ਹੁੰਦੇ ਆ ਰਹੇ ਨੇ। ਇਹ ਇੱਕ ਬਹੁਤ ਲੰਬਾ ਤੇ ਵੱਖਰਾ ਵਿਸ਼ਾ ਹੈ। ਇਹਦੇ ਖੰਡਨ ਮੰਡਨ ਦੇ ਵਿੱਚ ਵੀ ਬਹੁਤ ਸਾਰੇ ਵਾਦ ਵਿਵਾਦ ਚਿਰੋਕਣੇ ਸਮੇਂ ਤੋਂ ਚਲੇ ਆ ਰਹੇ ਨੇ। ਪੰਜਾਬੀ ਦੁਨੀਆ ਦੇ ਅੰਦਰ ਇਹ ਭਾਸ਼ਾ ਵਿਭਾਗ ਦਾ ਮੈਗਜ਼ੀਨ ਹੈ, ਪੰਜਾਬੀ ਦੁਨੀਆ। ਇਹਦੇ ਫਰਵਰੀ ਤੇ ਜੁਲਾਈ ਦੇ ਪਰਚੇ ਦੇ ਵਿੱਚ 2 ਰਚਨਾ ਦੇ ਉੱਤੇ, ਕ੍ਰਿਸ਼ਨਾ ਅਵਤਾਰ ਤੇ ਚਰਿਤਰੋਪਖਿਆਨ ਦੇ ਉੱਤੇ ਕਵੀਆਂ ਦੀ ਰਚਨਾ ਸਿੱਧ ਕਰਨ ਦਾ ਯਤਨ ਕੀਤਾ ਗਿਆ। ਪਰੰਤੂ ਖੰਡਨ ਵਾਲੀ ਲਿਸਟ ਵੀ ਬੜੀ ਲੰਬੀ ਹੈ। ਇਹਦਾ ਮੁੱਢ ਪੰਚ ਖਾਲਸਾ ਦੀਵਾਨ ਦੇ ਮੋਢੀ ਬਾਬੂ ਤੇਜਾ ਸਿੰਘ ਜੀ ਨੇ ਡਟ ਕੇ ਵਿਰੋਧ ਕੀਤਾ, ਜੋ ਅੱਜ ਤੱਕ ਚਲਾ ਆ ਰਿਹਾ ਹੈ। ਦੂਜੇ ਬੰਨੇ ਇਸ ਦੇ ਮੰਡਣ ਵਿੱਚ ਵੀ ਬਹੁਤ ਮਹਾਂਪੁਰਸ਼ ਹਨ। ਆਪਾਂ 1947 ਤੋਂ ਲੈ ਲੈਂਦੇ ਹਾਂ। ਜਦੋਂ 1947 ਦੇ ਬਾਅਦ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਆ, ਤਾਂ ਅਨੇਕਾਂ ਹੀ ਪਾਕਿਸਤਾਨ ਤੋਂ ਪ੍ਰੇਮੀਆਂ ਨੇ ਆਪਣੇ ਨਾਲ ਜਾਇਦਾਦਾਂ ਛੱਡ ਕੇ
ਤੇ ਗੁਰਬਾਣੀ ਦੇ ਗ੍ਰੰਥ ਲਿਆਂਦੇ, ਜਿਨ੍ਹਾਂ ਵਿੱਚ ਦਸਮ ਦੇ ਕਈ ਸਰੂਪ ਹਨ, ਜੋ ਅੱਜ ਵੀ ਵੱਖ-ਵੱਖ ਥਾਵਾਂ ਤੇ ਦੇਖੇ ਜਾ ਸਕਦੇ ਨੇ। ਇਸੇ ਤਰ੍ਹਾਂ 1947 ਦੇ ਬਾਅਦ ਹੀ ਅਨੇਕਾਂ ਵਿਦਵਾਨ ਮੈਦਾਨ ਵਿੱਚ ਆਏ। 1955 ਦੇ ਵਿੱਚ ਡਾਕਟਰ ਤ੍ਰਿਲੋਚਨ ਸਿੰਘ ਜੀ ਨੇ ਸਿੱਖ ਰਿਵਿਊ ਨਾਮ ਦੇ ਅੰਗਰੇਜ਼ੀ ਮਾਸਿਕ ਪੱਤਰ ਦੇ ਵਿੱਚ ਅਪ੍ਰੈਲ ਤੋਂ ਜੁਲਾਈ ਤੱਕ ਜਿਹੜੇ ਅੰਕ ਛਪੇ, ਉਹਨਾਂ ਵਿੱਚ ਧਾਰਾਵਾਹਿਕ ਲੇਖ ਛਾਪੇ, ਜਿਨ੍ਹਾਂ ਦਾ ਸਿਰਲੇਖ ਦਸਮ ਗ੍ਰੰਥ ਦਾ ਸੰਕਲਪ ਅਤੇ ਇਤਿਹਾਸ। ਉਹਨਾਂ ਨੇ ਸੰਪੂਰਨ ਗ੍ਰੰਥ ਦਸਵੇਂ ਪਾਤਸ਼ਾਹ ਜੀ ਦਾ ਸਿੱਧ ਕੀਤਾ, ਅਨੇਕਾਂ ਪ੍ਰਮਾਣ ਦੇ ਕੇ। ਦੂਜੇ ਵਿਦਵਾਨ ਭਾਈ ਰਣਧੀਰ ਸਿੰਘ ਜੀ, ਜਿਨ੍ਹਾਂ ਦੀ ਬੜੀ ਰਿਸਰਚ ਹੈ, ਜਿਨ੍ਹਾਂ ਨੇ ਆਦ ਬਾਣੀ ਉੱਤੇ ਵੀ ਮਾਸਟਰ ਗਿਆਨ ਸਿੰਘ ਆਦ ਗੁਰਸਿੱਖਾਂ ਨੇ ਕਰੀਬਨ 18 ਸਾਲ ਤੋਂ ਵੱਧ ਸਮਾਂ ਲਾ ਕੇ ਆਦ ਬਾਣੀ ਦੀ ਸੁਧਾਈ ਕੀਤੀ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਛਾਪਿਆ, ਰਹੋ ਵਿਚਾਰ। ਉਹਨਾਂ ਨੇ ਵੀ ਇੱਕ ਗ੍ਰੰਥ ਲਿਖਿਆ, ਦਸਵੇਂ ਪਾਤਸ਼ਾਹ ਕੇ ਗ੍ਰੰਥ ਕਾ ਇਤਿਹਾਸ। ਇਹ 1955 ਚ ਪ੍ਰਕਾਸ਼ਿਤ ਕਰਕੇ ਉਹਨਾਂ ਨੇ ਪ੍ਰਮਾਣ ਦੇ ਕੇ ਸਿੱਧ ਕੀਤਾ। ਹੁਣ ਮੈਂ ਤੁਹਾਨੂੰ ਹੋਰ ਉਹਨਾਂ ਵਿਦਵਾਨਾਂ ਦੇ ਨਾਮ ਦੱਸਦਾ, ਜਿਨ੍ਹਾਂ ਨੇ PhDਆਂ ਕੀਤੀਆਂ ਦਸਮ ਬਾਣੀ ਦੇ ਹੱਕ ਵਿੱਚ। 1958 ਦੇ ਵਿੱਚ ਡਾਕਟਰ ਧਰਮਪਾਲ ਸਿੰਘ ਅਸ਼ਟਾ ਨੇ ਆਪਣੇ ਸੋਧ ਪ੍ਰਬੰਧ ਲਿਖੇ। 1959 ਦੇ ਵਿੱਚ ਡਾਕਟਰ ਹਰਭਜਨ ਸਿੰਘ ਨੇ ਗੁਰਮੁਖੀ ਲਿਪੀ ਮੇਂ ਹਿੰਦੀ ਕਾਵਿਆ, ਕਰੀਬਨ 200 ਪੰਨੇ ਦੀ ਇਹ ਪੁਸਤਕ ਗੁਰੂਕ੍ਰਿਤ ਬਾਣੀ ਨੂੰ ਸਿੱਧ ਕੀਤਾ। ਡਾਕਟਰ ਪ੍ਰਸਿੰਨੀ ਸਹਿਗਲ ਨਖਲਊ ਯੂਨੀਵਰਸਿਟੀ ਤੋਂ PhD ਕਰਦੇ ਨੇ 1961 ਵਿੱਚ। 1963 ਵਿੱਚ ਡਾਕਟਰ ਮਹੀਪ ਸਿੰਘ ਆਗਰਾ ਯੂਨੀਵਰਸਿਟੀ ਤੋਂ PhD। ਇਹ ਹੁਣ ਸਾਰੇ PhD ਵਾਲਿਆਂ ਦੇ ਨਾਂ ਸੁਣ ਲਓ। 1967 ਵਿੱਚ ਡਾਕਟਰ ਮਲਕ ਸਿੰਘ ਆਗਰਾ ਯੂਨੀਵਰਸਿਟੀ। 1968 ਦੇ ਵਿੱਚ ਡਾਕਟਰ ਮਨੋਹਰ ਲਾਲ ਉਪਾਧਿਆਏ ਬਨਾਰਸ ਯੂਨੀਵਰਸਿਟੀ। 1969 ਵਿੱਚ ਡਾਕਟਰ ਓਮ ਪ੍ਰਕਾਸ਼ ਭਾਰਦਵਾਜ ਕੁਲਸ਼ੇਤਰ ਯੂਨੀਵਰਸਿਟੀ। 1971 ਵਿੱਚ ਡਾਕਟਰ ਵਿਨੋਦ ਕੁਮਾਰ ਜੰਮੂ ਯੂਨੀਵਰਸਿਟੀ। 1973 ਵਿੱਚ ਡਾਕਟਰ ਮਹੇਸ਼ ਚੰਦ ਸ਼ਰਮਾ ਪੰਜਾਬ ਯੂਨੀਵਰਸਿਟੀ। 1973 ਵਿੱਚ ਹੀ ਡਾਕਟਰ ਧਰਮਪਾਲ ਮੈਨੀ ਭਾਗਲਪੁਰ ਯੂਨੀਵਰਸਿਟੀ। 1974 ਵਿੱਚ ਡਾਕਟਰ ਕਮਲਾ ਕੌਸ਼ਲ ਆਗਰਾ ਯੂਨੀਵਰਸਿਟੀ। 1974 ਵਿੱਚ ਹੀ ਡਾਕਟਰ ਸੁਸ਼ੀਲਾ ਦੇਵੀ ਪੰਜਾਬ ਯੂਨੀਵਰਸਿਟੀ। 1975 ਵਿੱਚ ਡਾਕਟਰ ਸ਼ਮੀਰ ਸਿੰਘ ਗੁਰੂ ਨਾਨਕ ਯੂਨੀਵਰਸਿਟੀ। 1976 ਦੇ ਵਿੱਚ ਡਾਕਟਰ ਮੋਹਨਜੀਤ ਸਿੰਘ ਉਸਮਾਨੀਆ ਯੂਨੀਵਰਸਿਟੀ। 1978 ਵਿੱਚ ਡਾਕਟਰ ਭੂਸ਼ਣ ਸਚਦੇਵ ਪੰਜਾਬ ਯੂਨੀਵਰਸਿਟੀ। 1982 ਚ ਡਾਕਟਰ ਨਿਰਮਲ ਗੁਪਤਾ ਪੰਜਾਬ ਯੂਨੀਵਰਸਿਟੀ। ਇਹਨਾਂ ਸਾਰਿਆਂ ਨੇ PhD ਕਰਕੇ ਸਿੱਧ ਕੀਤਾ ਕਿ ਆਦਿ ਤੋਂ ਲੈ ਕੇ ਅੰਤ ਤੱਕ ਸਾਰੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ। ਹੋਰ ਵੀ ਬਹੁਤ ਵਿਦਵਾਨ ਹਨ, ਜਿਹੜੇ ਨਾ ਖੰਡਨ ਕਰਦੇ ਨੇ ਨਾ ਮੰਡਨ ਕਰਦੇ ਨੇ। ਕੁਝ ਐਸੇ ਵਿਦਵਾਨ ਨੇ ਜਿਹੜੇ ਮੰਡਨ ਦੇ ਹੱਕ ਵਿੱਚ ਜ਼ਿਆਦਾ ਨੇ, ਕੁਝ ਵਿਦਵਾਨ ਨੇ ਜਿਹੜੇ ਖੰਡਨ ਦੇ ਹੱਕ ਵਿੱਚ ਨੇ। ਇਹਨਾਂ ਦੋਵਾਂ ਦੀ ਲਿਸਟ ਬੜੀ ਲੰਬੀ ਚੌੜੀ ਹੈ। ਡਾਕਟਰ ਪਿਆਰਾ ਸਿੰਘ ਜੀ ਪਦਮ, ਭਾਈ ਵੀਰ ਸਿੰਘ ਜੀ, ਭਾਈ ਕਾਹਨ ਸਿੰਘ ਜੀ ਨਾਭਾ, ਅੱਗੇ ਉਹਨਾਂ ਦੇ ਚੇਲੇ ਸਮਝ ਲਓ ਸ਼ਮਸ਼ੇਰ ਸਿੰਘ ਜੀ ਅਸ਼ੋਕ। ਇਹਨਾਂ ਨਾਲ 15 ਦਿਨ ਸਾਡੀ ਵਿਚਾਰ ਹੁੰਦੀ ਰਹੀ। ਇਹਨਾਂ ਨੂੰ ਹਜ਼ੂਰ ਸਾਹਿਬ ਸੱਦਿਆ ਸੀ ਹਜ਼ੂਰ ਸਾਹਿਬ ਦਾ ਪੁਰਾਤਨ ਇਤਿਹਾਸ ਤੇ ਮਰਿਆਦਾ ਲਿਖਣ ਬਾਰੇ। ਅਸੀਂ ਦੋਵੇਂ 15 ਦਿਨ ਇਹਦੇ ਤੇ ਵਿਚਾਰ ਕਰਕੇ ਨੋਟ ਬਣਾਏ। ਇਸੇ ਤਰ੍ਹਾਂ ਪ੍ਰਿੰਸੀਪਲ ਸਤਵੀਰ ਸਿੰਘ ਜੀ ਵੀ ਇੱਥੇ ਆਏ, ਹੋਰ ਵੀ ਕਈ ਵਿਦਵਾਨ ਆਏ, ਡਾਕਟਰ ਤ੍ਰਿਲੋਚਨ ਸਿੰਘ ਜੀ ਵੀ ਆਏ। ਰੋ ਵਿਚਾਰ। ਸਭ ਤੋਂ ਫਿਰ ਜ਼ਿਆਦਾ ਰੌਲਾ ਭਾਗ ਸਿੰਘ ਅੰਬਾਲੇ ਵਾਲੇ ਨੇ ਪਾਇਆ ਵਿਰੋਧੀਆਂ 'ਚ।
ਇਸੇ ਤਰ੍ਹਾਂ ਡਾਕਟਰ ਰਤਨ ਸਿੰਘ ਜੱਗੀ, ਇਹਨਾਂ ਨੇ ਵੀ ਬੜੀ ਜ਼ੋਰਦਾਰ ਕਲਮ ਦੇ ਵਿੱਚ ਦਸਮ ਗ੍ਰੰਥ ਬਾਰੇ ਕੁਝ ਪੁਸਤਕਾਂ ਲਿਖੀਆਂ ਨੇ ਜਿਹੜੀਆਂ ਪੜ੍ਹਨੀ ਵਾਲੀਆਂ ਨੇ। ਭਾਵੇਂ ਉਹਨਾਂ ਨੇ ਸ਼ੁਰੂ ਵਿੱਚ ਖੰਡਨ ਵਿੱਚ ਲਿਖੀਆਂ ਨੇ, ਪਰ ਉਹਨਾਂ ਦੇ ਪੜ੍ਹਨ ਦੇ ਨਾਲ ਬਹੁਤ ਭਾਰੀ ਜਾਣਕਾਰੀ ਪ੍ਰਾਪਤ ਹੁੰਦੀ ਹੈ, ਜੋ ਸਾਡੇ ਕੋਲ ਸਭ ਢੇਰ ਲੱਗੇ ਆ ਇਹਨਾਂ ਜਿੰਨੀਆਂ PhDਆਂ ਵਾਲੇ ਨੇ। ਇੰਨਾ ਕੋਈ ਸਾਡੇ ਕੋਲ ਪੜ੍ਹਨ ਦਾ ਵੀ ਟਾਈਮ ਨਹੀਂ ਤੇ ਸਮਝਣਾ ਵੀ ਬੜਾ ਭਾਰੀ ਔਖਾ ਹੀ ਜਾਪਦਾ ਹੈ। ਸੋ ਇਸੇ ਤਰ੍ਹਾਂ ਹੋਰ ਜਾਣਕਾਰੀਆਂ ਬਹੁਤ ਥਾਵਾਂ ਤੋਂ ਮਿਲਦੀਆਂ ਨੇ ਕਿ ਪੁਰਾਣੇ ਸਮੇਂ ਤੇ ਇਹ ਰਿਵਾਜ ਸੀ ਕਿ ਹਰ ਤਖਤ ਤੇ, ਹਰ ਵੱਡੇ ਗੁਰੂ ਧਾਮ ਵਿੱਚ ਜਿੱਥੇ ਦਸਮ ਬਾਣੀ ਦਾ ਪ੍ਰਚਾਰ ਹੁੰਦਾ ਸੀ, ਉੱਥੇ ਨਾਲ ਕਥਾ ਵੀ ਹੁੰਦੀ ਸੀ। ਜਿਵੇਂ ਅੱਜ ਕੱਲ੍ਹ ਵੀ ਸੱਚਖੰਡ ਵਿੱਚ 12 ਵਜੇ ਤੋਂ 1 ਵਜੇ ਤੱਕ ਦਿਨ ਨੂੰ ਦਸਮ ਪਾਤਸ਼ਾਹ ਦੀ ਬਾਣੀ ਦੀ ਲੜੀਵਾਰ ਕਥਾ ਹੁੰਦੀ ਹੈ। ਸਰਦਾਰ ਅਤਿੰਦਰਪਾਲ ਸਿੰਘ ਖਾਲਸਤਾਨੀ ਨੇ ਵੀ ਕੁਝ ਖੋਜ ਦੱਸੀ ਹੈ, ਉਹਦੇ ਵਿੱਚ ਟੂਕ ਮਾਤਰ। ਉਹ ਲਿਖਦੇ ਨੇ ਕਿ ਸ੍ਰੀ ਦਮਦਮਾ ਸਾਹਿਬ ਦੇ ਵਿੱਚ 12 ਬੁੰਗੇ ਸਨ, ਜਿੱਥੇ ਹਰ ਰੋਜ਼ ਦਸਮ ਪਾਤਸ਼ਾਹ ਦੀ ਬਾਣੀ ਦੀ ਤੇ ਆਦ ਬਾਣੀ ਦੀ, ਭਾਈ ਗੁਰਦਾਸ ਤੇ ਨੰਦ ਲਾਲ ਜੀ ਦੀ ਬਾਣੀ ਦੀ ਕਥਾ ਹੁੰਦੀ ਸੀ, ਪਾਠ ਹੁੰਦੇ ਸੀ ਤੇ ਲਿਖਤ ਹੁੰਦੀ ਸੀ। ਲਿਖਾਰੀ ਲਿਖ ਲਿਖ ਕੇ ਬਾਣੀਆਂ, ਕੋਈ ਅਕਾਲ ਉਸਤਤ ਪੜ੍ਹਨੀ ਚਾਹੁੰਦਾ, ਕੋਈ ਜਾਪ ਸਾਹਿਬ ਪੜ੍ਹਨਾ ਚਾਹੁੰਦਾ, ਕੋਈ ਸ਼ਸਤਰ ਨਾਮ ਮਾਲਾ ਪੜ੍ਹਨੀ ਚਾਹੁੰਦਾ, ਉਹਨਾਂ ਨੂੰ ਲਿਖਾਰੀ ਲਿਖ ਕੇ ਦਿੰਦੇ ਸੀ। ਪੂਰੇ ਪੂਰੇ ਵੀ ਦਸਮ ਗ੍ਰੰਥ ਆਦਿ ਗ੍ਰੰਥ ਲਿਖੇ ਜਾਂਦੇ ਸੀ। ਕੁਝ ਬੁੰਗਿਆਂ ਦਾ ਵੇਰਵਾ ਸੁਣੋ। ਪਹਿਲਾ ਸਭ ਤੋਂ ਬੁੰਗਾ ਹੈ ਉੱਚਾ ਬੁੰਗਾ। ਸੰਤ ਸਰਜੀਤ ਸਿੰਘ, ਸੰਤ ਦੂਨਾ ਸਿੰਘ, ਫਿਰ ਸੰਤ ਨਿਹਾਲ ਸਿੰਘ, ਫਿਰ ਸੰਤ ਬੂਟਾ ਸਿੰਘ, ਫਿਰ ਸੰਤ ਸੁੰਦਰ ਸਿੰਘ ਜੀ। ਦੂਜਾ ਲਿਖਾਰੀਆਂ ਦਾ ਬੁੰਗਾ ਹੈ, ਜਿਹਦੇ ਮੁੱਢਲੇ ਸੇਵਾਦਾਰ ਹੀਰਾ ਸਿੰਘ ਤੇ ਗੁਰਬਖਸ਼ ਸਿੰਘ ਜੀ। ਇੱਕ ਬੁੰਗਾ ਮਦਰਸਾ ਗੁਲਾਬ ਸਿੰਘ, ਸ਼ੇਰ ਸਿੰਘ, ਪ੍ਰੇਮ ਸਿੰਘ, ਭਗਤ ਸਿੰਘ। ਬੁੰਗਾ ਮਲਵਈ ਸੁੱਖਾ ਸਿੰਘ। ਬੁੰਗਾ ਲਿਖਣਸਰ। ਲਿਖਣਸਰ ਤਾਂ ਉੱਥੇ ਪ੍ਰਸਿੱਧ ਗੁਰਦੁਆਰਾ ਜਿੱਥੇ 10ਵੇਂ ਪਾਤਸ਼ਾਹ ਦਾ ਵਾਰਿਆ ਕਿ ਗੁਰੂ ਕੀ ਕਾਂਸ਼ੀ ਹੈ ਦਮਦਮਾ। ਜਿਹੜਾ ਬੈਲ ਬੁੱਧ ਮੋਟੀ ਬੁੱਧ ਵਾਲਾ ਵੀ ਆਊਗਾ, ਉਹ ਵੀ ਸਭ ਵਿਦਿਆ ਪੜ੍ਹ ਲਓ। ਉਥੋਂ ਦੇ ਨੇ ਚੰਦਾ ਸਿੰਘ, ਗੁਰਮੁਖ ਸਿੰਘ ਤੇ ਹਰੀ ਸਿੰਘ। ਇੱਕ ਨੀਵਾਂ ਬੁੰਗਾ ਸੰਤ ਰਾਮ ਸਿੰਘ, ਸੰਤ ਜੈ ਸਿੰਘ। ਬੁੰਗਾ 12 ਦਰੀ ਸੰਤ ਕਿਸ਼ਨ ਸਿੰਘ। ਬੁੰਗਾ ਚੇਤ ਸਿੰਘ ਵਾਲਾ ਸੰਤ ਕਾਹਨ ਸਿੰਘ। ਬੁੰਗਾ ਕੱਟੂ ਵਾਲਾ ਸੰਤ ਸਹਿਜ ਸਿੰਘ, ਸੰਤ ਮਾਨ ਸਿੰਘ। ਇਸੇ ਤਰ੍ਹਾਂ ਬਿਸ਼ਨ ਸਿੰਘ, ਚੰਦਾ ਸਿੰਘ, ਹਰਨਾਮ ਸਿੰਘ। ਸਾਰੇ ਬੁੰਗੇ ਢਹਿ ਗਏ ਨੇ। ਇੱਕ ਬੁੰਗਾ ਮਸਤੂਆਣਾ ਜਿਹੜਾ ਉਹ ਅਜੇ ਕਾਇਮ ਹੈ। ਇਹਨਾਂ ਬੁੰਗਿਆਂ ਦੇ ਵਿੱਚ ਇੱਥੇ ਹਜੂਰ ਸਾਹਿਬ ਵੀ ਜਦੋਂ ਅਸੀਂ ਆਏ ਹਾਂ, ਇੱਥੇ ਵੀ 26 ਦੇ ਕਰੀਬ ਬੁੰਗੇ ਸਨ, ਜਿਹੜੇ ਵੱਖਰੇ ਵੱਖਰੇ ਨਾਮਾਂ ਨਾਲ ਪ੍ਰਸਿੱਧ ਸਨ। ਉਹਨਾਂ ਦਾ ਇਤਿਹਾਸ ਸਾਰਾ ਵੱਖਰਾ ਗ੍ਰੰਥ ਹੈ, ਉਹਦੇ ਵਿੱਚ ਮਿਲਦਾ ਰਹੋ ਵਿਚਾਰ। ਹੁਣ ਆਪਾਂ ਆਉਂਦੇ ਹਾਂ ਇਹਦੇ ਪ੍ਰਕਰਨਾਂ ਵੱਲ। ਮੈਂ ਸ਼ੁਰੂ 'ਚ 2-3 ਪ੍ਰਕਰਨਾਂ ਦੀ ਗੱਲ ਕੀਤੀ ਸੀ। ਹੋਰ ਵੀ ਬੜੇ ਬੜੇ ਵਿਦਵਾਨ ਹੋਏ ਨੇ। ਹਜੂਰ ਸਾਹਿਬ ਜੀ ਦੇ ਇੱਕ ਵਿਦਵਾਨ ਹੋਏ ਨੇ, ਜਿਨ੍ਹਾਂ ਤੋਂ ਅਸੀਂ ਵਿਦਿਆ ਲੈ ਕੇ ਇੱਥੇ ਹਜੂਰੀ ਟਕਸਾਲ ਬਣਾਈ ਹੈ। ਉਹਨਾਂ ਨੇ ਵੀ ਦਸਮ ਗ੍ਰੰਥ ਨੂੰ ਇਹਨਾਂ ਗ੍ਰੰਥਾਂ ਦੇ ਪ੍ਰਮਾਣ ਦੇ ਕੇ ਵੱਖ-ਵੱਖ ਤਰੀਕੇ ਦੇ ਨਾਲ ਸਿੱਧ ਕੀਤਾ ਹੈ। ਇਹਨਾਂ ਗ੍ਰੰਥਾਂ ਦੇ ਪੜ੍ਹਨ ਦੀ ਜ਼ਰੂਰਤ ਇੰਨੀ ਨਹੀਂ ਜੇ ਇਹਨਾਂ ਦਾ ਨਿਚੋੜ ਪੜ੍ਹ ਲਿਆ ਜਾਵੇ। ਫਿਰ ਇਹਨਾਂ ਦਾ ਤੁਲਿਆਤਮਕ ਅਧਿਐਨ ਕਰਕੇ ਗੁਰਮਤ ਕੀ ਹੈ ਤੇ ਇਹ ਕੀ ਨੇ, ਇਹਨਾਂ ਦੀ ਨਿੰਦਿਆ ਨਹੀਂ, ਇਹਨਾਂ ਦੇ ਗੁਣ ਗ੍ਰਹਿਣ ਕਰਕੇ ਉਹਨਾਂ ਦੇ ਨਾਲ ਗੁਰਮਤ ਦਾ ਸਿਧਾਂਤ ਦੱਸਿਆ। ਜਿਵੇਂ ਗੁਰਮਤ ਔਰ ਨਿਆਏ ਸ਼ਾਸਤਰ, ਗੁਰਮਤ ਔਰ ਸਾਖੀ ਸ਼ਾਸਤਰ, ਗੁਰਮਤ ਔਰ ਮਾਨਸ ਸ਼ਾਸਤਰ, ਗੁਰਮਤ ਔਰ योग शास्त्र, गुरमत और भगत शास्त्र, भक्ति शास्त्र, गुरमत और भागवत, गुरमत और गीता, गुरमत और महाभारत, गुरमत और रामायण, गुरमत ते चारे वेद, गुरमत ते वेदांत शास्त्र,
ਗੁਰਮਤਿ ਤੇ ਸਾਹਿਤਯ ਸ਼ਾਸਤਰ, ਗੁਰਮਤਿ ਤੇ ਜੋਤਿਸ਼ ਸ਼ਾਸਤਰ, ਗੁਰਮਤਿ ਤੇ ਧਰਮ ਸ਼ਾਸਤਰ, ਗੁਰਮਤਿ ਤੇ ਸ਼ੈਵ ਦਰਸ਼ਨ, ਗੁਰਮਤਿ ਤੇ ਸਾਖਤ ਦਰਸ਼ਨ, ਗੁਰਮਤਿ ਤੇ ਵੈਸ਼ਨਵ ਦਰਸ਼ਨ, ਗੁਰਮਤਿ ਤੇ ਇਤਿਹਾਸ, ਗੁਰਮਤਿ ਤੇ ਮੀਮਾਂਸਾ ਦਰਸ਼ਨ, ਗੁਰਮਤਿ ਤੇ ਆਯੁਰਵੇਦ, ਗੁਰਮਤਿ ਤੇ ਸੰਗੀਤ ਸ਼ਾਸਤਰ, ਗੁਰਮਤਿ ਤੇ ਕਾਮ ਸ਼ਾਸਤਰ, ਗੁਰਮਤਿ ਤੇ ਮੰਤਰ ਸ਼ਾਸਤਰ, ਹਜ਼ੂਰ ਸਾਹਿਬ ਜੀ ਦੀ ਪੁਰਾਤਨ ਮਰਿਆਦਾ ਇਤਿਆਦ, ਇਹ ਸਾਰੇ ਨਿਬੰਧ ਨੇ ਵੱਖਰੇ ਵੱਖਰੇ। ਇਹਨਾਂ ਵਿੱਚੋਂ ਵੀ ਸਾਨੂੰ ਤੱਤਸਾਰ ਮਿਲ ਜਾਂਦਾ ਕਿ ਗੁਰਮਤਿ ਕੀ ਹੈ। ਆਪਣੇ ਕੋਠੇ ਵਾਲੇ ਮਹਾਨ ਵਿਦਵਾਨ ਸੰਤ ਗਿਆਨੀ ਬਲਵੰਤ ਸਿੰਘ ਜੀ ਕੋਠਾ, ਉਹਨਾਂ ਨੇ ਵੀ ਗੁਰਬਾਣੀ ਤੇ ਵਿਦਾਂਤ ਨਿਰਣੇ ਨਾਮ ਦੀ ਇੱਕ ਛੋਟੀ ਜੀ ਪੁਸਤਕ ਲਿਖੀ ਹੈ। ਮੈਂ ਉਹ 2-3 ਵਾਰਾਂ ਪੜ੍ਹੀ, ਬਹੁਤ ਚੰਗੀ ਲੱਗੀ। ਕਈ ਵਾਰ ਅਸੀਂ ਇਹਨਾਂ ਦਰਸ਼ਨਾਂ ਨੂੰ ਪੜ੍ਹਦੇ ਹਾਂ ਤੇ ਇਹਨਾਂ ਵਿੱਚ ਹੀ ਉਲਝ ਜਾਂਦੇ ਹਾਂ, ਪਰ ਇਹਨਾਂ ਦੇ ਗੁਣਾਂ ਨੂੰ ਤਾਂ ਗ੍ਰਹਿਣ ਕਰਨਾ, ਗੁਣ ਤਾਂ ਕਿਤੇੋਂ ਵੀ ਗ੍ਰਹਿਣ ਕੀਤੇ ਜਾ ਸਕਦੇ ਨੇ, ਪਰ ਗੁਰਮਤਿ ਦਾ ਸਿਧਾਂਤ ਜਿਹੜਾ ਹੈ ਉਸ ਨੂੰ ਸਮਝਣਾ ਕਾਫੀ ਔਖਾ ਹੈ, ਕਿਉਂਕਿ ਲੱਖਾਂ ਵਰਿਆਂ ਤੋਂ, ਹਜ਼ਾਰਾਂ ਸਾਲਾਂ ਤੋਂ, ਸੈਂਕੜੇ ਸਾਲਾਂ ਤੋਂ ਜੋ ਪ੍ਰਚਾਰ ਸਾਡੇ ਖੂਨ ਵਿੱਚ ਰਚ ਚੁੱਕੇ ਨੇ ਸੰਸਕਾਰ, ਉਹਨਾਂ ਨੂੰ ਜੇ ਸੱਚ ਕਹੀਏ ਤਾਂ ਹੋਰ ਹੀ ਗੱਲ ਬਣਦੀ ਹੈ। ਇਸ ਕਰਕੇ ਵਿਦਵਾਨ ਮਹਾਂਪੁਰਸ਼ ਵੀ ਆਪਣੀ ਆਪਣੀ ਸਮਰੱਥਾ ਅਨੁਸਾਰ ਹੀ ਗੁਰਮਤਿ ਦਾ ਪ੍ਰਚਾਰ ਕਰਦੇ ਨੇ। ਸੋ ਕਰਨਾ ਚਾਹੀਦਾ ਜੈਸਾ ਬਲ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਹਾਰੇ। ਕਈ ਵਾਰ ਬਾਣੀ ਦੀਆਂ ਤੁਕਾਂ ਗਲਤ ਵੀ ਹੋ ਜਾਂਦੀਆਂ, ਉਹਨਾਂ ਲਈ ਅਸੀਂ ਮਾਫੀ ਮੰਗਦੇ ਹਾਂ। ਕਰੀਬਨ ਮੈਂ 40 ਤੋਂ ਵੱਧ ਪ੍ਰਕਰਨ ਦਸਮ ਦੇ ਸੰਬੰਧ ਵਿੱਚ ਨੋਟ ਕੀਤੇ ਨੇ। ਉਹਨਾਂ ਦੇ ਵਿੱਚ ਦੱਸਿਆ ਗਿਆ ਕਿ ਦਸਮ ਗ੍ਰੰਥ ਦੇ ਵਿੱਚ ਹੈ ਕਿ ਕਿਹੜੇ ਕਿਹੜੇ ਵਿਸ਼ਿਆਂ ਦੇ ਉੱਤੇ ਗੁਰੂ ਮਹਾਰਾਜ ਜੀ ਨੇ ਝਾਤ ਪਾਈ ਆ। ਦੇਖੋ, ਹੀਰੇ ਲੱਭਣੇ ਹੋਣ ਤੇ ਕੋਲੇ ਦੀ ਖਾਨ ਚੋਂ ਮਿਲ ਜਾਂਦੇ ਨੇ, ਪਰ ਜੇ ਕੋਈ ਬੰਦਾ ਪਾਰਖੂ ਨਹੀਂ ਤੇ ਉਹਦੇ ਮੂੰਹ ਸਿਰ ਕੱਪੜੇ ਕਾਲੇ ਕਰਾ ਕੇ ਆ ਜਾਂਦਾ। ਅੱਜ ਕੱਲ ਉਹ ਹੀ ਸਾਡੇ ਬਹੁਤੇ ਵਿਦਵਾਨਾਂ ਦੀ ਹਾਲਤ ਹੈ। ਸੋ ਇਹਦੇ ਵਿੱਚ ਸ਼ਸਤਰਾਂ ਅਸਤਰਾਂ ਦਾ ਵਰਣਨ ਹੈ। ਇਹਦੇ ਵਿੱਚ ਅਨੇਕ ਪ੍ਰਕਾਰ ਦੇ ਅਲੰਕਾਰ ਨੇ, ਜਿਵੇਂ 77 ਪ੍ਰਕਾਰ ਦੇ ਅਲੰਕਾਰ 10ਵੇਂ ਪਾਤਸ਼ਾਹ ਨੇ ਵਰਤੇ ਨੇ। ਇਸਤਰੀਆਂ ਪੁਰਸ਼ਾਂ ਦੀਆਂ ਵੱਖ-ਵੱਖ ਜਾਤੀਆਂ ਤੇ ਉਹਦਾ ਲੰਮਾ ਚੌੜਾ ਪ੍ਰਕਰਨ ਹੈ। ਫਿਰ ਸ਼ਸਤਰਾਂ ਬਾਰੇ, ਅਸਤਰਾਂ ਬਾਰੇ, ਸਰੀਰ ਦੇ ਬਚਾਓ ਦੇ ਸਮਾਨ, ਅਨੇਕ ਪ੍ਰਕਾਰ ਦੀਆਂ ਸਵਾਰੀਆਂ, ਅਨੇਕਾਂ ਤਰ੍ਹਾਂ ਦੇ ਜਾਨਵਰ, ਸ਼ਿਕਾਰ ਵਾਲੇ, ਖਾਣ ਵਾਲੇ, ਰੱਖਣ ਵਾਲੇ, ਦੇਖਣ ਵਾਲੇ, ਸਿੱਕੇ ਪੁਰਾਣੇ, ਸੈਨਾ, ਸੰਮਤ, ਗੁਰੂ ਸਾਹਿਬ ਦਾ ਆਸ਼ਾ ਤੇ ਸਿਧਾਂਤ ਕੀ ਹੈ, ਹਰੇਕ ਬਾਣੀ ਦਾ ਸੰਖੇਪ ਰੂਪ ਤੇ ਕਿੰਨੇ ਕਿਸਬੀ ਨੇ। ਜਿਵੇਂ ਇੱਕ ਥਾਂ ਬੜਾ ਚੰਗਾ ਲਿਖਿਆ, ਗੋਰੀਏ ਅਹੀਰ ਰਾਈ, ਗੁਜਰ ਲੋਹਾਰ ਨਾਉ, ਕੁੰਜਰੇ ਕਹਾਰ ਜਾਹੇ ਫੂਟੇ ਅੰਗ ਭਾਲ ਕੇ, ਬਾਣੀਏ ਲਵਾਣੇ ਧੋਬੀ ਝੀਵਰ ਕਸੇਰੇ ਕਾਸ਼ੀ, ਧਨਕ ਤਮੋਲੀ ਕੋਲੀ ਤੇਲੀ ਮੰਦ ਚਾਲ ਕੇ, ਭਾਠੀ ਪਠਿਆਰੇ ਬਾਢੀ ਧੁਨੀਏ ਮਲਾ ਮਾਲੀ, ਕੋਟ ਚੁੰਡ ਝੀਵਰ ਕੁਲਾਲਿਓ ਕਲਾਲ ਕੇ, ਕੇਸਰੀ ਨਿਹਾਲ ਕਾਲੂ ਚੰਦ ਕੇ ਦੁਲਾਰੇ ਬਿਨਾ, ਤਾਰੇ ਕੌਣ ਸਾਰੇ ਨੀਚ ਬੀਚ ਕਲੂ ਕਾਲ ਕੇ। ਇਹ ਵੱਖ-ਵੱਖ ਜਾਤੀਆਂ, ਉਹਨਾਂ ਦਾ ਵੀ ਵਰਣਨ ਦਸਮ ਦੇ ਵਿੱਚ ਬਹੁਤ ਸਾਰਾ ਆਇਆ ਹੈ। ਕਵੀਆਂ ਦਾ ਵਰਣਨ ਹੈ, ਖਾਣ ਪੀਣ ਵਾਲੀਆਂ ਚੀਜ਼ਾਂ ਦਾ ਵਰਣਨ ਹੈ, ਛੰਦ ਦਾ ਸ਼ਾਸਤਰੀ ਹੈ ਇੱਕ, ਛੰਦਾਂ ਦਾ ਬੜਾ ਲੰਬਾ ਚੌੜਾ ਇਹਦੇ ਵਿੱਚ ਵਰਣਨ ਹੈ, ਕਿੰਨੀ ਪ੍ਰਕਾਰ ਦੇ ਛੰਦ ਨੇ। ਇੱਕ ਥਾਂ ਤੇ ਏਦਾਂ ਲਿਖਿਆ ਹੈ, ਰਾਗਨ ਕੋ ਬਾਗ ਹੈ ਕਿ ਧਰਾ ਕੋ ਸੁਹਾਗ ਹੈ। ਇਹਦੇ ਵਿੱਚ ਰਾਗ ਵੀ ਅਨੇਕ ਪ੍ਰਕਾਰ ਦੇ ਨੇ, ਜਿਵੇਂ ਸ਼ਬਦ ਹਜ਼ਾਰਿਆਂ ਦੇ ਸ਼ਬਦ ਸਾਰੇ ਰਾਗਾਂ 'ਚ ਨੇ। ਤੇ ਫਿਰ ਦੂਸਰਾ ਛੰਦਨ ਕੋ ਬਾਗ ਹੈ, ਛੰਦ ਦੇ ਵਿੱਚ ਬੜੇ ਨੇ। ਦਸਮ ਦੇ ਵਿੱਚ 17,000 ਤੋਂ ਵੱਧ ਛੰਦ ਨੇ। 150 ਕਿਸਮ ਦੇ ਛੰਦ ਵੱਖਰੇ ਵੱਖਰੇ
ਅਨੇਕਾਂ ਵਾਰ ਵਰਤੇ ਨੇ, ਜਿਨ੍ਹਾਂ ਵਿੱਚ ਛੰਦ, ਪਿੰਗਲ ਤੇ ਹੋਰ ਕਈ ਕੁਝ ਆ। ਅਲੰਕਾਰ ਨੇ, ਦ੍ਰਿਸ਼ਟਕੂਟਾਂ ਨੇ, 9 ਰਸ ਨੇ। ਸੋ ਜੰਗ ਦਾ ਵਰਣਨ ਹੈ, ਜੰਗ ਵਿੱਚ ਵਰਤੇ ਜਾਣ ਵਾਲੇ ਅਸਤਰਾਂ ਸ਼ਸਤਰਾਂ ਦਾ ਵਰਣਨ ਹੈ। ਜਗ ਕਰਨੇ, ਜਿਵੇਂ ਆਪਾਂ ਲੰਗਰ ਲਾਉਨੇ ਆ, ਉਹ ਅਨੇਕ ਪ੍ਰਕਾਰ ਦੇ ਜੁਗਾਂ ਦਾ ਵੀ ਵਰਣਨ ਹੈ। ਜੀਵ ਜੰਤੂਆਂ ਦਾ ਵਰਣਨ ਆ, ਥਾਵਾਂ ਨਾਵਾਂ ਦੀ ਸੋਝੀ ਹੈ। ਦਰਖਤਾਂ ਦੇ ਨਾਮ ਨੇ, ਫਲਦਾਰ ਬੂਟੇ ਨੇ, ਖਾਣ ਪੀਣ ਵਾਲੀਆਂ ਦਵਾਈਆਂ ਨੇ। ਜਿੱਥੇ ਰੋਗਾਂ ਦਾ 405ਵਾਂ ਚਰਿੱਤਰ ਜਿਹੜਾ, ਉਹ 'ਚ ਰੋਗਾਂ ਦੀ ਉਤਪਤੀ ਲਿਖੀ ਆ, ਵੀ ਇਹ ਰੋਗ ਕਿਵੇਂ ਪੈਦਾ ਹੋਇਆ, ਇਹ ਰੋਗ ਕਿਵੇਂ ਪੈਦਾ ਹੋਇਆ। ਫਿਰ ਉਹਨਾਂ ਦੀਆਂ ਦਵਾਈਆਂ ਦੱਸੀਆਂ ਨੇ। ਫਿਰ ਦਾਨ ਕਈ ਪ੍ਰਕਾਰ ਦਾ ਸਤਿਯੁਗ ਤੋਂ ਹੁਣ ਤੱਕ ਜਿਹੜਾ ਹੁੰਦਾ ਆਇਆ, ਨਾਰੀ ਸੇਜਾ ਭੂਮਦਾਨ ਜਿਵੇਂ ਆਦਿ ਵਿੱਚ ਆਇਆ, ਉਹ ਸਾਰੇ ਪ੍ਰਕਾਰ ਦੇ ਦਾਨਾਂ ਦਾ ਵਰਣਨ ਹੈ, ਜਿਵੇਂ ਦਾਨ ਦੀਪਕਾ 'ਚ ਹੈ। ਇਸੇ ਤਰ੍ਹਾਂ ਧਰਮ, ਧਰਮ ਕੀ ਹੈ, ਧਰਮ ਦੇ ਲੱਛਣ ਕੀ ਨੇ, ਅਧਰਮ ਕੀ ਹੈ, ਧਰਮ ਦੇ ਚਿੰਨ੍ਹ ਕੀ ਨੇ। ਜਿਵੇਂ ਸਿੱਖ ਧਰਮ ਦੇ ਬਾਹਰਲੇ ਚਿੰਨ੍ਹ 5 ਨੇ, ਇਸੇ ਤਰ੍ਹਾਂ ਅੰਦਰਲੇ ਚਿੰਨ੍ਹਾਂ ਦਾ ਵੀ ਵਰਣਨ ਹੈ। ਫਿਰ ਨਸ਼ਿਆਂ ਦਾ ਵੀ ਵਰਣਨ ਹੈ, ਵੰਨ ਸਵੰਨੇ ਨਸ਼ੇ ਨੇ। ਕਿਹੜੇ ਕਿਹੜੇ ਨਸ਼ੇ ਸੁਖਦਾਇਕ ਨੇ, ਕਿਹੜੇ ਕਿਹੜੇ ਨਸ਼ੇ ਦੁਖਦਾਇਕ ਨੇ। ਜਿਵੇਂ ਜੂਏ ਬਾਰੇ, ਖੇਡਾਂ ਬਾਰੇ ਵਰਣਨ ਹੈ, ਅਨੇਕ ਪ੍ਰਕਾਰ ਦੀਆਂ ਖੇਡਾਂ ਨੇ। ਸਭ ਤੇ ਜਗ ਜੂਆ ਬੁਰੋ, ਮਤ ਕੋ ਖੇਲੋ ਰਾਏ। ਸਾਰਿਆਂ ਤੋਂ ਮਾੜਾ ਹੈ ਜੂਆ ਖੇਡਣਾ। ਫਿਰ ਪਸ਼ੂ ਪੰਛੀਆਂ ਦਾ ਵਰਣਨ ਇਹਦੇ ਵਿੱਚ, ਤੇ ਇਹ 'ਚ ਟੂਕਾਂ ਲਿਖੀਆਂ ਵੱਖਰੇ ਵੱਖਰੇ ਪ੍ਰਸੰਗਾਂ ਦੀਆਂ, ਜਿਵੇਂ ਆਦਿ ਬਾਣੀ 'ਚ ਟੂਕਾਂ ਨੇ ਨਾ, ਰੁਕ ਮੰਗਦ ਕਰਤੂਤ, ਨਾਮ ਜੰਪੋ। ਵੀ ਉਹ ਕਿਹੜੀ ਕਰਤੂਤ ਹੈ ਜਿਹਦੇ ਨਾਲ ਰੁਕ ਮੰਗਦ ਨੇ ਨਾਮ ਜਪਿਆ। ਉਹ ਤੇ ਫਿਰ ਸਾਨੂੰ ਪੁਰਾਣ 'ਚੋਂ ਹੀ ਪੜ੍ਹਨਾ ਪਊਗਾ। ਉਹਦੀ ਕਰਤੂਤ ਹੈ ਸਦਾਚਾਰ। ਪਦਮਣੀਆਂ ਆਈਆਂ, ਸਾਰਿਆਂ ਦਾ ਮਨ ਮੋਹ ਲਿਆ, ਪਰ ਰੁਕ ਮੰਗਦ ਦੇ ਉੱਤੇ ਭੋਰਾ ਅਸਰ ਨਹੀਂ ਹੋਇਆ ਪਦਮਨੀ ਦਾ। ਉਹਨੂੰ ਬੜੇ ਪ੍ਰੇਮ ਸਹਿਤ ਵਿਦਾ ਕਰ ਦਿੱਤਾ, ਰਹੋ ਵਿਚਾਰ। ਇਸੇ ਤਰ੍ਹਾਂ ਅਨੇਕਾਂ ਪ੍ਰਸੰਗਾਂ ਦੀਆਂ ਟੂਕਾਂ ਨੇ, ਇੱਕ ਇੱਕ ਤੁਕ ਦੇ ਵਿੱਚ ਇੱਕ ਇੱਕ ਕਥਾ ਲਿਖੀ ਆ। ਸੋ ਵਾਜਿਆਂ ਦਾ, ਸਾਜ਼ਾਂ ਦਾ ਵਰਣਨ ਹੈ, ਕਿੰਨੀ ਪ੍ਰਕਾਰ ਦੇ ਸਾਜ਼ ਨੇ, ਜਿਹੜੇ ਗੁਰੂ ਘਰ 'ਚ ਵਜਾਏ ਜਾਂਦੇ ਨੇ, ਜਿਹੜੇ ਨਹੀਂ ਵਜਾਏ ਜਾਂਦੇ। ਬੋਲੀਆਂ ਨੇ, ਲਿਪੀਆਂ ਨੇ। ਅਸੀਂ ਉਹ ਦੇਸ਼ ਪ੍ਰਦੇਸ਼ ਵਿੱਚ ਯੂਕੇ 'ਚ ਪੜ੍ਹਿਆ ਵੀ ਇਕੱਲੇ ਲੰਡਨ ਸ਼ਹਿਰ ਦੇ ਵਿੱਚ 15,000 ਬੋਲੀਆਂ ਬੋਲਣ ਵਾਲੇ ਲੋਕ ਰਹਿੰਦੇ ਨੇ। ਇਸੇ ਤਰ੍ਹਾਂ ਵੱਖ-ਵੱਖ ਦੇਸ਼ਾਂ ਦੀਆਂ ਬੋਲੀਆਂ ਨੇ, ਵੱਖ-ਵੱਖ ਦੇਸ਼ਾਂ ਦੇ ਕੱਪੜੇ, ਰਹਿਣਾ ਸਹਿਣਾ, ਖਾਣਾ ਪੀਣਾ, ਨਿਆਰੇ ਨਿਆਰੇ ਦੇਸਨ ਕੇ। ਇਸੇ ਤਰ੍ਹਾਂ ਫਿਰ ਹੋਰ ਬਹੁਤ ਕੁਝ ਆ, ਬਹੁਤ ਕੁਝ ਆ, ਉਹਦਾ ਅੰਤ ਨਹੀਂ ਆਉਂਦਾ। ਥੋੜੀ ਜਿਹੀ ਵਿਆਖਿਆ ਕਰਾਂਗੇ ਕੁਝ ਗੱਲਾਂ ਦੀ। ਇਹ ਤਾਂ ਪ੍ਰਕਰਨਾਂ ਦਾ ਨਾਂ ਲਿਆ ਨਾ, 40 ਤੋਂ ਵੱਧ ਪ੍ਰਕਰਨ ਨੇ। ਹੁਣ ਇੱਕ ਇੱਕ ਪ੍ਰਕਰਨ ਦੀ ਅੱਗੇ ਵਿਆਖਿਆ ਕਰਾਂਗੇ ਤੇ 40 ਦਿਨ ਲੱਗਣਗੇ। ਪਹਿਲੇ ਆਪਾਂ ਲੈਨੇ ਸ਼ਸਤਰ ਵਿਦਿਆ। ਵਿਦਿਆ ਬਾਰੇ ਗਿਆਨ ਪ੍ਰਬੋਧ ਦੇ ਵਿੱਚ ਪ੍ਰਸੰਗ ਆਇਆ ਕਿ ਕਿੰਨੀ ਪ੍ਰਕਾਰ ਦੀ ਵਿਦਿਆ ਇੱਕ ਹੀ ਮਹਾਂਪੁਰਸ਼ ਪੜ੍ਹਾਉਂਦਾ ਸੀ। ਸਾਨੂੰ ਇਹ ਨਹੀਂ ਪਤਾ ਕਿ ਆਨੰਦਪੁਰ ਦੇ ਵਿੱਚ ਤੇ ਪੌਂਟੇ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 52 ਤੇ ਮੁੱਖ ਕਵੀ ਸੀ। ਪਿਆਰਾ ਸਿੰਘ ਜੀ ਪਦਮ ਨੇ ਪੁਸਤਕ ਲਿਖੀ ਹੈ ਦਰਬਾਰੀ ਰਤਨ, ਗੁਰੂ ਗੋਬਿੰਦ ਸਿੰਘ ਦੇ ਦਸ਼ਮੇਸ਼ ਪਿਤਾ ਦੇ ਦਰਬਾਰੀ ਰਤਨ। ਉਹ 'ਚ 100 ਤੋਂ ਉੱਤੇ ਕਵੀਆਂ ਦਾ ਨਾਂ ਹੈ। ਉਹਨਾਂ ਦੀ ਕਵਿਤਾ ਵੀ ਹੈ ਥੋੜੀ ਥੋੜੀ। ਮਹਾਰਾਜ ਨੇ ਇੱਕ ਹੋਰ ਗ੍ਰੰਥ ਬਣਾਇਆ ਸੀ ਵਿਦਿਆ ਸਾਗਰ, ਜਿਹੜਾ ਸਰਸਾ ਦੀ ਭੇਟ ਹੋ ਗਿਆ। ਪਰ ਉਹਦੀਆਂ ਕਾਪੀਆਂ ਜਿਨ੍ਹਾਂ ਜਿਨ੍ਹਾਂ ਪ੍ਰੇਮੀ ਸਿੱਖਾਂ ਨੇ ਉਤਾਰੇ ਕੀਤੇ ਸੀ, ਉਹ ਸਾਰੀਆਂ ਇਕੱਠੀਆਂ ਕੀਤੀਆਂ ਗਈਆਂ ਬਾਅਦ ਵਿੱਚ, ਜੋ ਅੱਜ ਕੱਲ੍ਹ ਮਿਲਦੀਆਂ ਨੇ। ਸੋ ਵੱਖ-ਵੱਖ ਪ੍ਰਕਰਨ ਨੇ। ਸ਼ਸਤਰ ਵਿਦਿਆ ਗੁਰੂ ਘਰ ਵਿੱਚ ਬਹੁਤ ਪ੍ਰਸਿੱਧ ਹੈ, ਪਰ ਹੁਣ ਤਾਂ ਉਹ ਵੀ ਵਿਦਿਆ ਅਲੋਪ ਹੁੰਦੀ ਜਾ ਰਹੀ ਆ। ਪਰ ਅਜੇ ਕੁਝ ਮਹਾਂਪੁਰਸ਼ ਹੈਗੇ ਨੇ ਸਾਡੀ ਨਿਗਾਹ ਦੇ ਵਿੱਚ, ਜਿਨ੍ਹਾਂ ਦੇ ਪਾਸ ਉਹ ਵਿਦਿਆ ਸਾਂਭ ਕੇ ਰੱਖੀ ਹੋਈ ਆ, ਜੇ ਕੋਈ ਲੈਣੀ ਚਾਹਵੇ ਤਾਂ। ਸਾਡੇ ਕੋਲ ਹੀ ਮਾਸਟਰ ਗਿਆਨ ਸਿੰਘ ਜੀ ਆਏ, 2 ਸਾਲ ਸਾਡੇ ਕੋਲ ਰਹੇ ਨੇ ਹਜ਼ੂਰ ਸਾਹਿਬ। ਸਾਡੇ ਭੁਜੰਗੀ ਨੇ 2 ਸਾਲ ਸੇਵਾ ਕੀਤੀ ਤੇ ਉਹਨਾਂ ਨੇ ਸ਼ਸਤਰ ਵਿਦਿਆ ਦੇ ਕਈ ਗੁਰ ਸਿਖਾਏ ਨੇ। ਉਹਨਾਂ ਦੀ ਇੱਕ ਪੁਸਤਕ ਵੀ ਲਿਖੀ ਹੋਈ ਹੈਗੀ ਸ਼ਸਤਰ ਵਿਦਿਆ ਤੇ,
ਹੁਣ ਤਾਂ ਕਈ ਪੁਸਤਕਾਂ ਛਪ ਗਈਆਂ, ਚਲੋ ਰਹੋ ਵਿਚਾਰ। ਜਿਹੜੇ ਅਸਤਰ ਨੇ ਉਹ 6 ਪ੍ਰਕਾਰ ਦੇ ਨੇ। ਅਸਤਰ ਉਹ ਹੁੰਦਾ ਜਿਹੜਾ ਵੈਰੀ ਤੇ ਸੁੱਟਿਆ ਜਾਵੇ, ਤੇ ਜਿਵੇਂ ਅਗਨੀ ਅਸਤਰ ਆ, ਉਹ ਜਿੱਥੇ ਜਾ ਕੇ ਡਿੱਗਦਾ ਉੱਥੇ ਅੱਗ ਲੱਗ ਜਾਂਦੀ ਆ। ਸ਼ਸਤਰ ਹੁੰਦਾ ਜਿਹੜਾ ਹੱਥੋਂ ਛੱਡਿਆ ਨਾ ਜਾਵੇ, ਹੱਥ 'ਚ ਫੜ ਕੇ, ਜਿਵੇਂ ਕਿਰਪਾਨ ਫੜ ਕੇ ਆਪਾਂ ਵਾਰ ਕਰਦੇ ਆ। ਇੱਕ ਮੁਕਤਾ ਮੁਕਤ ਹੁੰਦੇ ਨੇ ਸ਼ਸਤਰ, ਉਹ ਹੱਥ 'ਚ ਫੜ ਕੇ ਵੀ ਚੱਲਦੇ ਨੇ ਤੇ ਮੌਕਾ ਪਵੇ ਤੇ ਅਗਲੇ ਨੂੰ ਵਗਾ ਤੇ ਵੀ ਮਾਰੇ ਜਾਂਦੇ ਨੇ। ਇੱਕ ਮੰਤਰ ਮੁਕਤ ਹੁੰਦੇ ਨੇ, ਜਿਨ੍ਹਾਂ ਨੂੰ ਮੰਤਰ ਪੜ੍ਹ ਕੇ ਚਲਾਇਆ ਜਾਂਦਾ। ਆ ਦੇਖਿਆ ਨਾ ਰਮਾਇਣ ਮਹਾਭਾਰਤ ਤੁਸੀਂ ਦੇਖਦੇ ਜੀ, ਉਹਦੇ ਵਿੱਚ ਉਹ ਮੰਤਰ ਪੜ੍ਹ ਕੇ ਤੀਰ ਛੱਡਦੇ ਆ। ਇੱਕ ਜੰਤਰ ਮੁਕਤ ਨੇ, ਜਿਹੜੇ ਕਲਾ ਨਾਲ, ਜਿਵੇਂ ਬੰਦੂਕ ਚੱਲਦੀ ਆ, ਰਹੋ ਵਿਚਾਰ। ਇਹਦੇ ਫਿਰ ਅੱਗੇ ਕਈ ਭੇਦ ਨੇ, ਜਿਵੇਂ ਅਸਤਰ ਜਿਹੜੇ ਨੇ ਉਹ 19 ਪ੍ਰਕਾਰ ਦੇ ਨੇ। ਅਗਨ ਅਸਤਰ, ਸਿੱਧ ਅਸਤਰ, ਖਗਪਤ ਅਸਤਰ ਤੇ ਜਛ ਅਸਤਰ, ਦੇਵਾਸਤਰ, ਪਵਨ ਅਸਤਰ, ਬਿਛੂ ਅਸਤਰ, ਇਹ ਸਾਰੇ ਦਸਮ 'ਚ ਆ ਗਏ ਨੇ। ਮੇਘਾ ਅਸਤਰ, ਇਹ 19 ਨੇ। ਫਿਰ ਅੱਗੇ ਅਸਤਰਾਂ ਸ਼ਸਤਰਾਂ ਦੇ ਨਾਮ ਨੇ ਵੱਖਰੇ ਵੱਖਰੇ। ਜੰਗ ਦੇ ਮੈਦਾਨ 'ਚ ਜਦੋਂ ਆਪਾਂ ਜਾਂਦੇ ਆ, ਕੋਈ ਸਫਾ ਜੰਗ ਰੱਖਦਾ, ਕੋਈ ਸੂਰ ਰੱਖਦਾ, ਕੋਈ ਸੈਥੀ, ਸਾਂਗ, ਕਟਾਰ, ਕੋਟੜਾ, ਕੁਠਾਰ, ਖੰਜਰ, ਗਦਕਾ, ਗੁਰਜ, ਗੋਪੀਆ, ਗਡਾਸਾ, ਚੱਕਰ, ਛਵੀ, ਛੁਰੀ, ਜਮਦਾੜ, ਤਬਰ, ਤਲਵਾਰ। ਫਿਰ ਇਹਨਾਂ ਸ਼ਸਤਰਾਂ ਦੀਆਂ ਕਿਸਮਾਂ ਨੇ ਅੱਗੇ, ਜਿਵੇਂ ਤਲਵਾਰ ਸ੍ਰੀ ਸਾਹਿਬ, ਜਿਹਨੂੰ ਅਸੀਂ ਤੇਗਾ ਵੀ ਕਹਿੰਦੇ, ਭਗਉਤੀ ਵੀ ਕਹਿੰਦੇ ਆ, ਤੇ ਕਿਰਪਾਨ ਵੀ ਕਹਿੰਦੇ ਆ, ਖੰਡਾ ਵੀ ਕਹਿੰਦੇ ਆ। ਏਦਾਂ ਇਹ ਵੱਖਰੇ ਵੱਖਰੇ ਗੋਲੀਆਂ ਨੇ। ਇਹ 32 ਪ੍ਰਕਾਰ ਦੀ ਕਿਰਪਾਨ ਆ। ਇਸੇ ਤਰ੍ਹਾਂ ਤੀਰ ਨੇ, ਉਹ 14 ਪ੍ਰਕਾਰ ਦੇ ਤੀਰ ਨੇ, ਜਿਨ੍ਹਾਂ ਦਾ ਵਰਣਨ ਮਹਾਰਾਜ ਨੇ ਦਸਮ ਬਾਣੀ ਵਿੱਚ ਕੀਤਾ ਹੈ। ਤਰਸੂਲ ਆ, ਧਨੁਸ਼ ਆ, ਨਾਰ ਨਖਾਵਾ, ਨੇਜਾ, ਪਾਸ, ਵਰਸ਼ਾ, ਵਰਸ਼ੀ, ਵਿਸ਼ੂਆ। ਏਦਾਂ 35 ਪ੍ਰਕਾਰ ਦੇ ਸ਼ਸਤਰ ਨੇ, ਜਿਨ੍ਹਾਂ ਵਿੱਚੋਂ ਇੱਕ ਇੱਕ ਦੀਆਂ ਅੱਗੇ ਕਈ ਕਈ ਕਿਸਮਾਂ ਨੇ। ਫਿਰ ਹੱਡਾਂ ਦੇ ਬਣੇ ਹੋਏ ਸ਼ਸਤਰ ਅਸਤਰ ਨੇ। ਫਿਰ ਲੱਕੜ ਦੇ ਬਣੇ ਹੋਏ ਨੇ, ਜਿਵੇਂ ਸਲੋਤਰ, ਸੋਟਾ, ਕੁਤਕਾ, ਗਤਕਾ, ਹਲ, ਮੂਸਲ ਆਦਿ। ਤੇ ਫਿਰ ਕੁਝ ਸ਼ਸਤਰ ਲੋਹੇ ਦੇ ਬਣੇ ਹੋਏ ਨੇ, ਸੂਲ, ਗੁਰਜ, ਪਦਮ, ਵੱਜ ਆਦਿ। ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਕਮਰ ਕੱਸੇ ਦੇ ਸ਼ਸਤਰ ਨੇ, ਕਟਾਰ ਆ, ਖੰਜਰ ਆ, ਸ਼ੁਰਾਵਾ, ਜਮਦਾੜ ਆ, ਪੇਚ ਕਬਜ਼ ਆ, ਬਿਛੂਆ ਆਦਿ। ਫਿਰ ਗੁਰੂ ਸਾਹਿਬ ਜੀ ਦੇ ਗਾਤਰੇ ਦੇ ਸ਼ਸਤਰ ਨੇ, ਜਿਹੜੇ ਗੁਰੂ ਸਾਹਿਬ ਦੇ ਨੇ ਉਹੋ ਹੀ ਸਿੱਖਾਂ ਨੂੰ ਵੀ ਹੁਕਮਿਆ, ਕੋਈ ਉਹਨਾਂ ਨੂੰ ਬੰਦਿਸ਼ ਨਹੀਂ। ਜਿਹਦੇ ਸ਼ਸਤਰ ਨਾਮ ਨਮਸਕਾਰ ਦਾਮ। ਜਿੰਨੇ ਵੀ ਅਸਤਰ ਸ਼ਸਤਰ ਪਿੱਛੇ ਸੀ, ਜਿੰਨੇ ਵੀ ਹੁਣ ਨੇ, ਜਿੰਨੇ ਵੀ ਅਗਾਂਹ ਹੋਣਗੇ, ਉਹਨਾਂ ਨੂੰ ਨਮਸਕਾਰ ਹੈ। ਫਿਰ ਰੱਸਿਆਂ ਦੇ ਬਣੇ ਹੋਏ ਨੇ। ਇਹ ਗਾਤਰੇ ਦੇ ਸ਼ਸਤਰ ਕਰੀਬਨ 30 ਦੇ ਕਰੀਬ ਨੇ, ਵੱਖਰੇ ਵੱਖਰੇ। ਇਹ ਇੱਕ ਪ੍ਰਕਰਨ ਸਮਝ ਲਓ ਸ਼ਸਤਰ ਵਿਦਿਆ ਦਾ ਹੋ ਗਿਆ। ਇਸੇ ਤਰ੍ਹਾਂ ਫਿਰ ਦੂਜਾ ਪ੍ਰਕਰਨ ਚੱਲਦਾ, ਫਿਰ ਤੀਜਾ ਪ੍ਰਕਰਨ ਚੱਲਦਾ। ਇਹ ਪ੍ਰਕਰਨ ਚੱਲਦੇ ਹੀ ਰਹਿੰਦੇ ਨੇ। ਹੁਣ ਪਤਾ ਨਹੀਂ ਕਿੰਨੇ ਕੁ ਪ੍ਰਕਰਨ ਨੇ। ਅੱਜ ਆਪਾਂ ਇੱਥੇ ਹੀ ਬਸ ਕਰ ਜਾਂਦੇ, ਫਿਰ ਅਗਲਾ ਪ੍ਰਕਰਨ ਫੇਰ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।